ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਭਾਰਤ ਦੇਸ਼ ਦੇ ਜਿਹੜੇ ਹਾਲਾਤ ਨੇ, ਆਸੇ-ਪਾਸੇ ਕਈ ਗੱਲਾਂ ਨੂੰ ਲੈ ਕੇ ਅਕਸਰ ਹੀ ਕੁਝ ਦਿਨਾਂ ਬਾਅਦ ਕੁਛ ਨਾ ਕੁਛ ਰੌਲਾ ਧੱਕੇਸ਼ਾਹੀ ਹੁੰਦੀ ਰਹਿੰਦੀ ਹੈ। ਔਰ ਖ਼ਾਸ ਤੌਰ 'ਤੇ ਜਦੋਂ ਇਸ ਤਰ੍ਹਾਂ ਦਾ ਕੁਝ ਵਾਪਰਦਾ ਹੈ ਔਰ ਧੱਕੇਸ਼ਾਹੀ ਹੁੰਦੀ ਹੈ, ਹੱਕ ਖੋਹੇ ਜਾਂਦੇ ਨੇ ਜਾਂ ਜ਼ੁਲਮ ਹੁੰਦਾ, ਤਾਂ ਸੋਸ਼ਲ ਮੀਡੀਆ ਉੱਤੇ ਵੀ ਆਵਾਜ਼ ਉੱਠਦੀ ਹੈ ਜਾਂ ਰੌਲਾ ਪੈਂਦਾ ਹੈ। ਔਰ ਕਲਾਕਾਰਾਂ ਦੇ ਮਗਰ ਵੀ ਬਹੁਤ ਪੈ ਜਾਂਦੇ ਨੇ ਅਕਸਰ ਕਿ ਤੁਸੀਂ ਇਹਦੇ ਬਾਰੇ ਬੋਲੋ, ਇਹਦੇ ਬਾਰੇ ਪਾਓ। ਪਹਿਲੀ ਗੱਲ ਤਾਂ ਕਿਸੇ ਨੂੰ ਮਜਬੂਰ ਨਹੀਂ ਕਰਨਾ ਚਾਹੀਦਾ। ਫਿਰ ਕੀ ਹੁੰਦਾ ਕਿ ਪਤਾ ਨਹੀਂ ਹੁੰਦਾ ਕਿਸੇ ਨੂੰ ਕੀ ਹੈ। ਮੈਨੂੰ ਵੀ ਨਹੀਂ ਪਤਾ ਕਿ ਹੁਣ ਕਿਸਾਨੀ ਦਾ ਰੌਲਾ ਕੀ ਚੱਲ ਰਿਹਾ ਕੀ ਨਹੀਂ, ਇਹ ਬਿੱਲ ਕੀ ਨੇ। ਇਹਨੂੰ ਸਮਝਣ ਲਈ ਦਿਨ ਲਏ ਕਹੀ ਜਾ ਰਹੇ ਨੇ ਸਾਰੇ, ਤੁਸੀਂ ਪਾਈ ਨਹੀਂ, ਬੇੜਾ ਗਰਕ ਗਿਆ, ਤੁਸੀਂ ਦੇਸ਼ ਵਿਰੋਧੀ ਹੋ, ਤੁਸੀਂ ਕਿਸਾਨ ਦੇ ਹੱਕ 'ਚ ਨਹੀਂ। ਸੋ ਮੈਂ ਇੱਕ ਮੇਰੇ ਦੋਸਤ ਨੇ, ਭੈਣ ਹੀ ਕਹੂੰਗਾ, ਹੁਣ ਮੇਰੀ ਭੈਣ ਹੈ ਡਾਕਟਰ ਗੁਰਵੀਰ ਕੌਰ, ਉਹ ਕਿਸਾਨੀ ਵੀ ਕਰਦੇ ਨੇ, PhD ਹੈ, ਉਹਨੂੰ ਬਹੁਤ ਸਮਝ ਹੈ। ਮੈਂ ਡਾਕਟਰ ਗੁਰਵੀਰ ਕੌਰ ਹੋਰਾਂ ਨੂੰ ਰਿਕੁਐਸਟ ਕੀਤੀ ਕਿ ਭੈਣ ਜੀ ਤੁਸੀਂ ਪਲੀਜ਼ ਦੱਸੋ ਵੀ ਇਹ ਬਿੱਲ ਕੀ ਹੈ, ਇਹਦੇ ਬਾਰੇ ਆਪਾਂ ਦੱਸੀਏ ਸਾਰਿਆਂ ਨੂੰ। ਬਹੁਤੇ ਹੋਣਗੇ ਜਿਨ੍ਹਾਂ ਨੂੰ ਨਹੀਂ ਪਤਾ। ਸੋ ਉਹਨੂੰ ਉਹ ਆਵਾਜ਼ ਹੈ, ਇਹ ਬੜਾ ਖਤਰਨਾਕ ਬਿੱਲ ਨੇ ਜਿਹੜੇ ਪਾਸ ਹੋਏ ਨੇ ਔਰ ਇਹਦੇ ਖਿਲਾਫ ਆਵਾਜ਼ ਮੈਂ ਬੁਲੰਦ ਕਰਦਾ। ਤੁਹਾਡੀ ਆਵਾਜ਼ ਇਸ ਦੇ ਨਾਲ ਹੈ। ਸੋ ਕਿਸੇ ਦੇ ਹੱਕਾਂ ਨੂੰ ਨਹੀਂ। ਕੀ ਨੇ ਆਰਡੀਨੈਂਸ? 3 ਆਰਡੀਨੈਂਸਾਂ ਬਾਰੇ ਡਾਕਟਰ ਗੁਰਵੀਰ ਕੌਰ ਇਹ ਕਹਿੰਦੇ ਹੈ ਕਿ ਸਰਕਾਰ ਦੇ ਅਨੁਸਾਰ ਫਸਲ ਦਾ ਇੱਕ ਦੇਸ਼ ਇੱਕ ਕੀਮਤ ਲਾ ਕੇ ਕਿਸਾਨਾਂ ਦਾ ਫਾਇਦਾ ਕਰ ਰਹੀ ਹੈ। ਸਰਕਾਰ ਦੇ ਅਨੁਸਾਰ ਇੱਕ ਦੇਸ਼ ਇੱਕ ਕੀਮਤ ਇਹ ਲਾ ਕੇ ਕਿਸਾਨਾਂ ਦਾ ਫਾਇਦਾ ਕਰ ਰਹੀ ਹੈ। ਸਰਕਾਰ ਦੇ ਮੁਤਾਬਕ ਉਹ ਕਿਸਾਨਾਂ ਨੂੰ ਆਪਣੀ ਫਸਲ ਦੇਸ਼ 'ਚ ਕਿਤੇ ਵੀ ਵੇਚਣ ਦੀ ਸਹੂਲਤ ਦੇ ਰਹੀ ਹੈ। ਪਰ ਅਸਲ 'ਚ ਇਹ 3 ਆਰਡੀਨੈਂਸ ਹੈ ਕੀ? ਦ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸਿਲਾਈਜੇਸ਼ਨ ਆਰਡੀਨੈਂਸ। ਸਰਕਾਰ ਨੇ ਮੰਡੀਆਂ 'ਚ ਬਦਲਾਵ ਕਰਤਾ। ਮਤਲਬ ਜਿਵੇਂ ਪਹਿਲਾਂ ਕਿਸਾਨ ਆਪਦੀ ਫਸਲ ਮੰਡੀ 'ਚ ਸੁੱਟਦਾ ਸੀ ਤੇ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ APMC ਦੇ ਤਹਿਤ ਆਪਦੀ ਫਸਲ ਵੇਚਦਾ ਸੀ, ਭਾਵ ਵਿਚਾਲੇ ਕਮਿਸ਼ਨ ਏਜੰਟ ਫਸਲਾਂ ਵਿਕਵਾਉਂਦਾ ਸੀ ਤੇ ਇਹ ਏਜੰਟ ਕਿਸਾਨ ਤੇ ਵਪਾਰੀ ਦੋਨਾਂ ਤੋਂ ਕਮਿਸ਼ਨ ਲੈਂਦਾ ਸੀ ਤੇ APMC ਰਾਜ ਸਰਕਾਰ ਦੇ ਹੇਠ ਆਉਂਦੀ ਸੀ, ਤਾਂ ਹੀ ਕਿਸਾਨ ਦੂਜੇ ਰਾਜਾਂ 'ਚ ਫਸਲ ਨਹੀਂ ਵੇਚ ਸਕਦਾ ਸੀ। ਇਸ ਆਰਡੀਨੈਂਸ ਦੇ ਮੁਤਾਬਕ ਕਿਸਾਨ ਕਿਸੇ ਵੀ ਰਾਜ ਜਾਂ ਪੂਰੇ ਦੇਸ਼ ਵਿੱਚ ਕਿਸੇ ਵੀ ਮੰਡੀ 'ਚ ਆਪਣੀ ਫਸਲ ਵੇਚ ਸਕਦਾ ਹੈ। ਪਰ ਗੱਲ ਇੱਥੇ ਹੈ ਕਿ ਫਸਲਾਂ ਦੇ ਮੁੱਲ ਲਾਊਗਾ ਕੌਣ? ਪ੍ਰਾਈਵੇਟ ਕੰਪਨੀਆਂ ਵਾਲੇ। ਪ੍ਰਾਈਵੇਟ ਕੰਪਨੀਆਂ ਵਾਲੇ ਕਿਸਾਨਾਂ ਨੂੰ ਕੀ ਲਈ ਬੈਠੇ ਨੇ? ਉਹ ਤਾਂ ਆਪ ਆਪਦੇ ਫਾਇਦੇ ਲਈ ਮੁੱਲ ਲਾਉਣਗੇ ਤੇ ਕਿਸਾਨ ਕੋਲ ਕੋਈ ਦੂਜਾ ਰਾਹ ਨਹੀਂ ਹੁੰਦਾ ਆਪਦੀ ਫਸਲ ਵੇਚਣ ਦਾ, ਕਿਉਂਕਿ ਸਰਕਾਰ ਨੇ ਫਸਲਾਂ ਤੇ MSP ਮਿਨੀਮਮ ਸਪੋਰਟ ਪ੍ਰਾਈਸ ਨਹੀਂ ਦਿੱਤੇ। ਬਿਹਾਰ ਸਰਕਾਰ ਨੇ APMC ਐਕਟ 2006 'ਚ ਹਟਾਇਆ ਸੀ ਤੇ ਉਹਨਾਂ ਦੀਆਂ ਫਸਲਾਂ MSP ਤੋਂ ਘੱਟ ਮੁੱਲ ਤੇ ਵਿਕਦੀਆਂ ਨੇ। ਤੇ ਇਹੀ ਕਾਰਨ ਹੈ ਕਿ ਬਿਹਾਰ ਦੇ ਲੋਕ ਦੂਜੇ ਰਾਜ 'ਚ ਮਜ਼ਦੂਰੀ ਕਰਨ ਜਾਂਦੇ ਨੇ। ਸਭ ਨੂੰ ਪਤਾ ਹੈ ਕਿ ਫਸਲ ਵੱਢ ਕੱਢ ਕੇ ਘਰ ਨਹੀਂ ਰੱਖੀ ਜਾ ਸਕਦੀ। ਵੱਢ ਕੱਟ ਕੇ ਘਰ ਨਹੀਂ ਰੱਖੀ ਜਾ ਸਕਦੀ। ਬਹੁਤ ਲੰਮੇ ਸਮੇਂ ਤੱਕ ਪ੍ਰਾਈਵੇਟ ਕੰਪਨੀਆਂ ਵਾਲਿਆਂ ਨੂੰ ਇਹ ਵੀ ਪਤਾ ਹੈ ਕਿ ਕਿਸਾਨ ਨੂੰ ਫਸਲ ਵੇਚਣੀ ਪੈਣੀ ਹੈ ਜਾਂ ਸਿੱਟਣੀ ਪੈਣੀ ਹੈ, ਤੇ ਇਸ ਹਿਸਾਬ ਨਾਲ ਪ੍ਰਾਈਵੇਟ ਕੰਪਨੀਆਂ ਘੱਟ ਤੋਂ ਘੱਟ ਮੁੱਲ ਲਾਉਣਗੀਆਂ ਤੇ ਇਹ ਵੀ ਨਹੀਂ ਪਤਾ ਕਿ ਖਰੀਦਣਗੀਆਂ ਜਾਂ ਨਹੀਂ। ਸਰਕਾਰ ਨੇ ਅੱਜ ਤੱਕ ਕੋਈ ਵੀ ਇਵੇਂ ਦਾ ਕਾਨੂੰਨ ਨਹੀਂ ਕੱਢਿਆ ਜਿਹਦੇ ਵਿੱਚ ਕਿਸਾਨ ਆਪਣੀ ਫਸਲ ਦਾ ਮੁੱਲ ਆਪ ਲਾ ਸਕਦਾ ਹੈ। ਜੇਕਰ ਕਿਸਾਨ ਆਪਦੀ ਫਸਲ ਦਾ ਆਪ ਮੁੱਲ ਨਹੀਂ ਲਗਾ ਸਕਦਾ ਤਾਂ ਘੱਟ ਤੋਂ ਘੱਟ ਸਰਕਾਰ MSP ਕਾਨੂੰਨ ਤਾਂ ਬਣਾਵੇ ਤੇ ਜਿਹੜਾ ਵਪਾਰੀ ਉਸ ਤੋਂ ਘੱਟ ਮੁੱਲ ਤੇ ਫਸਲ ਖਰੀਦੂਗਾ ਉਹਨੂੰ ਦੰਡ ਮਿਲੇ। ਦਾ ਅਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਆਰਡੀਨੈਂਸ। ਇਸ ਆਰਡੀਨੈਂਸ ਦੇ ਮੁਤਾਬਕ ਸਰਕਾਰ ਨੇ ਅਸੈਂਸ਼ੀਅਲ ਕਮੋਡਿਟੀਜ਼, ਇਹ ਮੈਨੂੰ ਭੁੱਲਣਾ ਨਹੀਂ ਆਉਂਦਾ, ਜਿਵੇਂ ਆਲੂ, ਕਣਕ, ਦਾਲਾਂ, ਪਿਆਜ਼ ਆਦਿ ਦੇ ਸਟੋਰ ਤੇ ਲਿਮਟ ਹੁੰਦੀ ਸੀ ਤੇ ਹੁਣ ਉਹ ਲਿਮਟ ਹਟਾ ਦਿੱਤੀ ਹੈ। ਕਿਸਾਨ ਹੁਣ ਇਹ ਫਸਲ ਵੀ ਕਿੰਨੀ ਵੀ ਮਾਤਰਾ 'ਚ ਸਟੋਰ ਕਰ ਸਕਦਾ ਹੈ ਤੇ ਜਦੋਂ ਜੀ ਕੀਤਾ ਵੇਚ ਸਕਦਾ ਹੈ। ਸਮਝੇ? ਤੇ ਸਰਕਾਰ ਦੇ ਹਿਸਾਬ ਨਾਲ ਕੋਈ ਵੀ ਕੰਪਨੀ ਜਾਂ ਵਪਾਰੀ ਇਹ ਫਸਲਾਂ ਕਿੰਨੀ ਵੀ ਮਾਤਰਾ 'ਚ ਕਿਸਾਨ ਤੋਂ ਖਰੀਦ ਕੇ ਇਹਦੇ ਤੋਂ ਹੋਰ ਚੀਜ਼ਾਂ ਪ੍ਰੋਸੈਸਿੰਗ ਕਰਕੇ ਬਣਾ ਕੇ ਵੇਚ ਸਕਦਾ ਹੈ। ਪਰ ਇਹਦੇ 'ਚ ਦਿੱਕਤ ਇਹ ਹੈ ਕਿ ਕਿਸਾਨ ਸਟੋਰ ਹੀ ਨਹੀਂ ਕਰਦੇ ਤੇ ਕਰ ਵੀ ਕਿਵੇਂ ਸਕਦੇ ਨੇ? ਜਗ੍ਹਾ ਕਿਹੜੀ ਹੈ ਉਹਨਾਂ ਕੋਲੇ? ਨਾ ਤਾਂ ਕਿਸਾਨਾਂ ਕੋਲ ਸਹੂਲਤਾਂ ਨੇ, ਨਾ ਉਹ ਲੰਮੇ ਸਮੇਂ ਤੱਕ ਸਟੋਰ ਕਰ ਸਕਣ ਤੇ ਨਾ ਹੀ ਉਹ ਕਰ ਸਕਦੇ ਨੇ, ਕਿਉਂਕਿ ਬਹੁਤ ਕਿਸਾਨਾਂ ਕੋਲ ਜ਼ਮੀਨਾਂ ਘੱਟ ਨੇ ਤੇ ਉਹਨਾਂ ਦੀ ਆਮਦਨੀ ਦਾ ਸਾਧਨ ਸਿਰਫ ਤੇ ਸਿਰਫ ਫਸਲਾਂ ਹੀ ਨੇ।
ਤਾਂ ਇਹ ਉਹਨਾਂ ਦੀ ਮਜਬੂਰੀ ਹੈ ਕਿ ਉਹ ਫਸਲ ਵੱਢਣ ਤੇ ਕੱਢਣ ਤੋਂ ਬਾਅਦ ਉਦੋਂ ਹੀ ਵੇਚਣ ਨਾਲ ਦੀ ਨਾਲ, ਕਿਉਂਕਿ ਅਗਲੀ ਫਸਲ ਲਈ ਵੀ ਉਹਨਾਂ ਨੂੰ ਪੈਸੇ ਚਾਹੀਦੇ ਨੇ ਤੇ ਉਹ ਫਸਲਾਂ ਸਟੋਰ ਨਹੀਂ ਕਰ ਸਕਦਾ। ਤੇ ਇੱਥੇ ਹੀ ਘਪਲਾ ਹੈ, ਇੱਥੇ ਪ੍ਰਾਈਵੇਟ ਕੰਪਨੀਆਂ ਫਾਇਦਾ ਉਠਾਉਣਗੀਆਂ, ਆਪਣੇ ਮਨ ਚਾਹੇ ਮੁੱਲ ਲਾਉਣਗੀਆਂ ਤੇ ਆਪ ਸਟੋਰ ਕਰਕੇ ਰੱਖਣਗੀਆਂ। ਤੁਹਾਡੇ ਕੋਲੇ ਵੀ ਉਦੋਂ ਚੀਜ਼ ਪਹੁੰਚੂਗੀ ਜਦੋਂ ਡਿਮਾਂਡ ਵਧੀ, ਤੁਸੀਂ ਰੌਲਾ ਪਾਓਗੇ ਚਾਹੀਦੀ ਹੈ, ਫਿਰ ਉਹ ਰੇਟ ਵਧਾ ਕੇ ਵੇਚਣਗੀਆਂ। ਜਾਂ ਤਾਂ ਸਰਕਾਰ ਕਿਸਾਨਾਂ ਨੂੰ ਵੱਡੇ ਵੱਡੇ ਗੋਦਾਮ ਵੀ ਦੇਵੇ ਫਸਲਾਂ ਸਟੋਰ ਕਰਨ ਨੂੰ, ਕਿਉਂਕਿ ਕਿਸਾਨ ਆਪਣੇ ਘਰ ਇੰਨੀ ਫਸਲ ਨਹੀਂ ਰੱਖ ਸਕਦਾ, ਤੇ ਸਰਕਾਰ ਕਿਸਾਨਾਂ ਨੂੰ ਸਟੋਰ ਕੀਤੀ ਫਸਲ ਦੇ ਮੁੱਲ ਦੇ ਹਿਸਾਬ ਨਾਲ ਫਾਈਨਾਂਸ 'ਚ ਮਦਦ ਦੇਵੇ, ਉਹਨਾਂ ਨੂੰ ਫਸਲ ਸਟੋਰ ਕਰਨ ਦੇ ਵੇਲੇ ਹੀ 80-85% ਮੁੱਲ ਦੇ ਦਿੱਤਾ ਜਾਵੇ। ਦੁਬਾਰੇ ਸੁਣ ਲਓ, ਜ਼ਿਆਦਾ ਸਰਕਾਰ ਕਿਸਾਨਾਂ ਨੂੰ ਵੱਡੇ ਵੱਡੇ ਗੋਦਾਮ ਵੀ ਦੇਵੇ ਫਸਲਾਂ ਸਟੋਰ ਕਰਨ ਨੂੰ, ਕਿਉਂਕਿ ਕਿਸਾਨ ਆਪਣੇ ਘਰ ਇੰਨੀ ਫਸਲ ਨਹੀਂ ਰੱਖ ਸਕਦਾ, ਤੇ ਸਰਕਾਰ ਕਿਸਾਨਾਂ ਨੂੰ ਸਟੋਰ ਕੀਤੀ ਫਸਲ ਦੇ ਮੁੱਲ ਦੇ ਹਿਸਾਬ ਨਾਲ ਫਾਈਨਾਂਸ 'ਚ ਮਦਦ ਦੇਵੇ, ਉਹਨਾਂ ਨੂੰ ਫਸਲ ਸਟੋਰ ਕਰਨ ਦੇ ਵੇਲੇ 80-85% ਮੁੱਲ ਦੇ ਦਿੱਤਾ ਜਾਵੇ। ਜੇਕਰ ਇਵੇਂ ਨਹੀਂ ਕਰ ਸਕਦੀ ਸਰਕਾਰ, ਤਾਂ ਫਿਰ ਇਹ ਆਰਡੀਨੈਂਸ ਵੀ ਸਿਰਫ ਵੱਡੀਆਂ ਕੰਪਨੀਆਂ ਦੇ ਹੱਕ 'ਚ ਹੀ ਹੈ, ਕਿਉਂਕਿ ਕੰਪਨੀਆਂ ਘੱਟ ਮੁੱਲ ਤੇ ਫਸਲਾਂ 'ਚ ਖਰੀਦ ਕੇ ਸਟੋਰ ਕਰਕੇ ਬਾਅਦ 'ਚ ਆਰਾਮ ਨਾਲ ਬੈਠ ਕੇ ਆਪ ਮੁੱਲ ਲਾ ਕੇ ਫਸਲਾਂ ਵੇਚਣਗੇ ਤੇ ਢਿੱਡ ਫੇਰ ਵੀ ਵੱਡੇ ਵਪਾਰੀਆਂ ਦਾ ਹੀ ਭਰੂਗਾ, ਕਿਸਾਨ ਭੁੱਖਾ ਮਰੂਗਾ। The Farmers Agreement on Price Assurance and Farm Service Ordinance, ਤੀਜਾ, ਇਹਦੇ ਮੁਤਾਬਕ ਕੰਪਨੀ ਤੇ ਕਿਸਾਨਾਂ 'ਚ ਪਹਿਲਾਂ ਹੀ ਸਮਝੌਤਾ ਹੋ ਜਾਊਗਾ ਕਿ ਕੰਪਨੀ ਵਾਲੇ ਇਸ ਮੁੱਲ ਤੇ ਕਿਸਾਨ ਤੋਂ ਫਸਲ ਲੈਣਗੇ। ਇਹਦੇ ਸਰਕਾਰ ਬਿਲਕੁਲ ਬਾਹਰ ਨਿਕਲ ਗਈ। ਫਸਲ ਲੈਣ ਦੇਣ ਤੋਂ ਬਚੇ ਵੱਡੇ ਵਪਾਰੀ ਤੇ ਕਿਸਾਨ, ਮਤਲਬ ਕਾਂਟਰੈਕਟ ਫਾਰਮਿੰਗ ਵਾਲਾ ਹਿਸਾਬ ਹੋ ਗਿਆ। ਪਰ ਇੱਥੇ ਗੱਲ ਇਹ ਹੈ ਕਿ ਕੰਪਨੀਆਂ ਤਾਂ ਕੁਆਲਿਟੀ ਗੁਣਵੱਤਾ ਦੇ ਹਿਸਾਬ ਨਾਲ ਫਸਲਾਂ ਖਰੀਦਦੀਆਂ ਨੇ, ਪਰ ਕਿਸਾਨ ਦੀ ਫਸਲ ਦੀ ਗੁਣਵੱਤਾ ਤਾਂ ਕਿਸੇ ਵੀ ਦਿਨ, ਕਿਸੇ ਵੀ ਘੰਟੇ ਜਾਂ ਕਿਸੇ ਵੀ ਮਿੰਟ ਘਟ ਸਕਦੀ ਹੈ। ਇੱਕ ਮੀਂਹ ਝੱਖੜ ਕੁਝ ਵੀ ਕਰ ਸਕਦਾ ਹੈ, ਤੇ ਇਹਦਾ ਮਤਲਬ 80-90% ਕਿਸਾਨਾਂ ਦੀਆਂ ਫਸਲਾਂ ਤਾਂ ਕੁਆਲਿਟੀ ਵਾਲੇ ਪੱਧਰ ਤੋਂ ਥੱਲੇ ਹੀ ਹੋਣਗੀਆਂ। ਉਹਨਾਂ ਦਾ ਕੀ ਬਣੂ? ਤੇ ਦੂਜੀ ਗੱਲ, ਕੰਟਰੈਕਟ ਫਾਰਮਿੰਗ 'ਚ ਕੰਪਨੀਆਂ ਬੀਜ ਤੋਂ ਲੈ ਕੇ ਰੇਹ ਸਪਰੇਅ ਤੇ ਜ਼ਰੂਰੀ ਤੱਤ ਵੀ ਆਪ ਦਿਆ ਕਰਨਗੀਆਂ ਆਪ ਹੀ ਦਿਆ ਕਰਨਗੀਆਂ, ਮਤਲਬ ਉਹਨਾਂ ਦਾ ਮੁੱਲ ਵੀ ਉਹ ਆਪ ਹੀ ਲਾਉਣਗੀਆਂ, ਤੇ ਯਕੀਨਨ ਰੇਹ ਸਪਰੇਅ ਦੇ ਮੁੱਲ ਕਿਸਾਨ ਨੂੰ ਲੁੱਟ ਲੈਣਗੇ। ਜਾਂ ਤਾਂ ਇਹ ਕੰਪਨੀਆਂ ਕਿਸਾਨਾਂ ਨੂੰ ਇਹ ਗਾਰੰਟੀ ਦੇਣ ਕਿ ਅਗਰ ਫਸਲ ਦੀ ਕੁਆਲਿਟੀ ਘੱਟ ਹੋਣ ਤੇ ਵੀ ਘੱਟੋ ਘੱਟ MSP ਤੇ ਜ਼ਰੂਰ ਖਰੀਦਣਗੀਆਂ। ਸਰਕਾਰ ਕਿਸਾਨਾਂ ਨਾਲ ਸਲਾਹ ਕਰਕੇ MSP ਰੱਖੇ ਹਰ ਫਸਲ ਦਾ। ਕਿਸਾਨ ਨੂੰ ਤਾਂ ਹਰ ਪਾਸੇ ਘਾਟਾ ਹੀ ਘਾਟਾ ਹੈ। ਸਰਕਾਰੀ ਖਰੀਦ ਵੇਲੇ ਵੀ ਉਨੀਆਂ ਹੀ ਫਸਲਾਂ ਮੰਡੀ 'ਚ ਰੁਲਦੀਆਂ। ਜੇਕਰ ਹੁਣ ਇਹ ਡੋਰ ਹੀ ਵੱਡੇ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਫੜਾ ਦਿੱਤੀ ਤਾਂ ਕਿਸਾਨਾਂ ਨੂੰ ਕਿਹਨੇ ਪੁੱਛਣਾ ਹੈ? ਸਰਕਾਰ ਤਾਂ ਇੰਨਾ ਵੀ ਨਹੀਂ ਸਰਿਆ ਕਿ ਉਹ ਕਿਸਾਨਾਂ ਦੀਆਂ ਹੜ੍ਹਾਂ ਵੇਲੇ ਮਦਦ ਕਰੇ। ਕਿਸੇ ਵੀ ਧੰਦੇ 'ਚ ਬਦਲਦੇ ਮੌਸਮ ਦਾ ਇੰਨਾ ਨੁਕਸਾਨ ਨਹੀਂ ਹੁੰਦਾ ਜਿੰਨਾ ਕਿਸਾਨੀ 'ਚ ਹੈ। ਤਾਂ ਵੀ ਕੋਈ ਕਾਨੂੰਨ ਇਵੇਂ ਦਾ ਹੈ ਨਹੀਂ ਜਿਹਦੇ ਵਿੱਚ ਜੇਕਰ ਮੌਸਮ ਨਾਲ ਫਸਲ ਖਰਾਬ ਹੋਵੇ ਤਾਂ ਕਿਸਾਨਾਂ ਨੂੰ 100% ਮੁਆਵਜ਼ਾ ਮਿਲੇ, ਜਦ ਕਿ ਕਿਸਾਨ ਦੀ ਫਸਲ ਦੀ ਹਰ ਵੇਲੇ ਲੋੜ ਰਹਿੰਦੀ ਹੈ, ਖਾਣ ਪੀਣ ਹਰ ਵੇਲੇ ਚਾਹੀਦਾ ਹੈ। ਇਹਨਾਂ ਤਿੰਨ ਆਰਡੀਨੈਂਸਾਂ ਕਰਕੇ ਕਿਸਾਨਾਂ ਨੂੰ ਘਾਟੇ ਹੀ ਘਾਟੇ ਨੇ, ਤੇ ਵੱਡੇ ਵਪਾਰੀਆਂ ਨੂੰ ਕਾਲਾ ਪੈਸਾ ਇਕੱਠਾ ਕਰਨ ਦਾ ਹੋਰ ਵੱਡਾ ਮੌਕਾ ਦੇ ਦਿੱਤਾ ਸਰਕਾਰ ਨੇ। ਇਸ ਹਿਸਾਬ ਨਾਲ ਇਹ ਹੋ ਰਿਹਾ ਕਿ ਖੇਤੀ ਕਰਨ ਕਿਸਾਨ ਤੇ ਉਹ ਖਾਵੇ ਕੋਈ ਹੋਰ, ਤੇ ਆਪਦੇ ਮੂੰਹ ਮੰਗੇ ਮੁੱਲ ਤੇ ਹੀ ਪੈਸੇ ਦੇਵੇ। ਇੱਕ ਹਿਸਾਬ ਨਾਲ ਇਹ ਹੋ ਗਿਆ ਵੀ ਖੇਤੀ ਕਰਨ ਕਿਸਾਨ ਤੇ ਉਹ ਖਾਵੇ ਕੋਈ ਹੋਰ, ਤੇ ਉਹ ਵੀ ਆਪਦੇ ਮੂੰਹ ਮੰਗੇ ਮੁੱਲ ਤੇ ਇਸ ਦਾ ਸਭ ਤੋਂ ਵੱਡਾ ਨੁਕਸਾਨ ਮਿੱਟੀ ਤੇ ਪਾਣੀ ਨੂੰ ਹੋਵੇਗਾ, ਕਿਉਂਕਿ ਇਸ ਹਿਸਾਬ ਨਾਲ ਕੰਪਨੀਆਂ ਵਾਲੇ ਪੈਦਾਵਾਰ ਵਧਾਉਣ ਦੇ ਚੱਕਰ 'ਚ ਮਿੱਟੀ ਤੇ ਪਾਣੀ 'ਚ ਹੋਰ ਜ਼ਹਿਰ ਘੋਲਣਗੇ। ਇਹ ਨੇ ਕਿਸਾਨ ਵਿਰੋਧੀ ਬਿੱਲ। ਪਤਾ ਲੱਗ ਗਿਆ? ਸੋ ਇਸ ਤਰ੍ਹਾਂ ਮੈਂ ਪੋਸਟ ਪਾਉਣੀ ਸੀ, ਹੁਣ ਪੋਸਟ ਪਾ ਕੇ ਅੱਛਾ ਲੱਗਿਆ। ਸੋ ਆਪਾਂ ਕਿਸਾਨ ਮਜ਼ਦੂਰ ਦੇ ਹੱਕ ਦੇ ਵਿੱਚ ਆ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਜਿੰਨੀ ਇਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾ ਸਕਦੇ ਬੁਲੰਦ ਕਰੋ। ਤੁਹਾਡੇ ਨਾਲ ਕਿਸਾਨ ਵੀਰੋ, ਮਜ਼ਦੂਰ ਵੀਰੋ, ਤੁਹਾਡੇ ਨਾਲ।